Dear students, today we will read the poem The Quality of Mercy. The poem Quality of Mercy is an extract from the play The Merchant of Venus, written by Shakespeare. ਸੋ ਜਿਹੜਾ ਇਹ ਪੋਇਮ ਹੈ ਸਾਡੀ, ਇਹ ਸ਼ੇਕਸਪੀਅਰ ਦੇ ਲਿਖੇ ਨਾਟਕ ਦ ਮਰਚੈਂਟ ਆਫ ਵੀਨਸ ਦੇ ਵਿੱਚੋਂ ਲਿਆ ਗਿਆ ਇੱਕ ਛੋਟਾ ਜਿਹਾ ਐਕਸਟਰੈਕਟ ਹੈ, ਹਿੱਸਾ ਹੈ। ਪੋਇਮ ਹੈ ਦ ਕੁਆਲਿਟੀ ਆਫ ਮਰਸੀ ਇਜ਼ ਨਾਟ ਸਟ੍ਰੇਨਡ, ਇਟ ਡ੍ਰੋਪeth ਐਜ਼ ਜੈਂਟਲ ਰੇਨ ਫਰੋਮ ਹੈਵਨ। ਕਿ ਜਿਹੜੀ ਮਰਸੀ ਦੀ ਕਿਸੇ ਪ੍ਰਤੀ ਦਇਆ ਦੀ ਭਾਵਨਾ ਹੈ, ਉਹਦੀ ਕੁਆਲਿਟੀ ਕੀ ਹੈ, ਉਹਦਾ ਗੁਣ ਕੀ ਹੈ ਕਿ ਉਹ ਧੱਕੇ ਨਾਲ ਨਹੀਂ ਹੁੰਦੀ। ਜਿਵੇਂ ਅਸਮਾਨ ਤੋਂ ਮੀਂਹ ਦੀਆਂ ਬੂੰਦਾਂ ਜੈਂਟਲੀ ਗਿਰਦੀਆਂ ਨੇ, ਬਿਲਕੁਲ ਉਸੇ ਤਰ੍ਹਾਂ ਸਾਡੇ ਦਿਲਾਂ ਦੇ ਵਿੱਚ ਦਇਆ ਦੀ ਭਾਵਨਾ ਹੌਲੀ ਹੌਲੀ ਉਤਰਦੀ ਹੈ। Upon the place beneath, it's twice blessed. It's blessed him that gives and him that takes. ਮਰਸੀ ਦੀ, ਦਿਆਲੁਤਾ ਦੀ, ਕਰੁਣਾ ਦੀ ਖਾਸੀਅਤ ਇਹ ਹੈ ਕਿ ਇਹ ਦੋਵਾਂ ਨੂੰ ਬਲੈਸਿੰਗ ਦਿੰਦੀ ਹੈ। ਇਸ ਦਾ ਆਸ਼ੀਰਵਾਦ ਦੋਵਾਂ 'ਤੇ ਹੁੰਦਾ ਹੈ। ਕੌਣ ਦੋਵੇਂ? ਜੋ ਮਰਸੀ ਕਰਦਾ ਹੈ, ਕਿਸੇ ਦੇ ਉੱਪਰ ਦਇਆ ਕਰਦਾ ਹੈ, ਜਾਂ ਦੂਸਰਾ ਜਿਸ ਦੇ ਉੱਪਰ ਦਇਆ ਕੀਤੀ ਜਾਂਦੀ ਹੈ। ਸੋ ਮਰਸੀ ਇਜ਼ ਟਵਾਈਸ ਬਲੈਸਡ। This mightiest in the mightiest, it becomes the throned monarch better than his crown. His sceptre shows the force of temporal power, the attributes to awe and majesty, wherein doth sit the dread and fear of kings, but mercy is above this sceptred sway. In this stanza, poet wants to say mightiest in the mightiest, ਸਭ ਤੋਂ ਤਾਕਤਵਰ, ਤਾਕਤਵਰ ਤੋਂ ਵੀ ਤਾਕਤਵਰ, ਉਹਨਾਂ ਦੇ ਵਿੱਚੋਂ ਸਭ ਤੋਂ ਤਾਕਤਵਰ ਕੌਣ? ਰਾਜਾ, ਜਾਂ ਜੋ ਰਾਜ ਕਰਦਾ, ਮੋਨਾਰਕ, ਕਿੰਗ। ਉਸ ਦੇ ਲਈ ਉਹਦੇ ਕਰਾਊਨ, ਜਿਹੜਾ ਤਖਤ ਹੈ ਜਿਸ ਦੇ ਉੱਪਰ ਉਹ ਬੈਠਦਾ ਹੈ, ਉਸ ਤੋਂ ਵੱਡਾ ਕੌਣ ਹੈ? ਮਰਸੀ। ਤਖਤ 'ਤੇ ਬੈਠਾ ਰਾਜਾ ਤਾਂ ਹੀ ਸੋਭਦਾ ਹੈ ਜੇਕਰ ਉਹਦੇ ਦਿਲ ਦੇ ਵਿੱਚ ਆਪਣੀ ਪ੍ਰਜਾ ਦੇ ਲਈ ਦਿਆਲੁਤਾ ਭਰੀ ਹੋਵੇ। His sceptre shows the force of temporal power. ਸਕੈਪਟਰੇ, ਜੋ ਰਾਜੇ ਦੇ ਹੱਥ ਦੇ ਵਿੱਚ ਤਾਕਤ ਹੁੰਦੀ ਹੈ, ਡੰਡੇ ਦੀ ਜਾਂ ਪਾਵਰ ਹੁੰਦੀ ਹੈ, ਉਹਦੀ ਫੋਰਸ, ਉਸ ਤਾਕਤ ਆਫ ਟੈਂਪੋਰਲ ਪਾਵਰ, ਉਸ ਸੱਤਾ ਦੀ ਤਾਕਤ ਦੇ ਨਾਲ, ਦਾ ਐਟਰੀਬਿਊਟ ਟੂ ਔ ਐਂਡ ਮੈਜੈਸਟੀ, ਜੋ ਦੀ ਸ਼ਾਨ ਦੇ ਵਿੱਚ ਵਾਧਾ ਕਰਦੀ ਹੈ। ਰਾਜਿਆਂ ਕੋਲੇ ਤਾਕਤ ਹੁੰਦੀ ਹੈ, ਉਹ ਡੰਡੇ ਦੇ ਨਾਲ ਕਿਸੇ ਦੇ ਉੱਪਰ ਵੀ ਰਾਜ ਕਰ ਸਕਦੇ ਨੇ। ਬਟ ਹੀਅਰ ਦਾ ਪੋਇਟ ਵਾਂਟਸ ਟੂ ਸੇ ਕਿ ਡਰ ਕੇ ਤਾਂ ਕੋਈ ਵੀ ਤੁਹਾਡਾ ਗੁਲਾਮ ਬਣ ਸਕਦਾ ਹੈ। ਐਨੀਵਨ will turn into a slave through the power, through the authority. But ਜੇਕਰ ਉਹ ਰਾਜਾ ਦਿਆਲੁਤਾ ਦੇ ਨਾਲ ਕੰਮ ਕਰਦਾ ਹੈ, ਸ਼ਾਸਨ ਕਰਦਾ ਹੈ, ਤਾਂ ਉਹ ਬਿਨਾਂ ਕਿਸੇ ਮਿਹਨਤ ਦੇ ਆਪਣੇ ਲਈ ਗੁਲਾਮ ਬਣਾ ਸਕਦਾ ਹੈ। ਕਿਉਂਕਿ ਅਸੀਂ ਪਿਆਰ ਦੇ, ਅਸੀਂ ਦਿਆਲੁਤਾ ਦੇ ਗੁਲਾਮ ਆਪਣੇ ਆਪ ਬਣ ਜਾਂਦੇ ਹਾਂ। ਜੇਕਰ ਕੋਈ ਕਿਸੇ ਦੇ ਲਈ ਭਲਾ ਕਰਦਾ ਹੈ ਤਾਂ ਅਸੀਂ ਉਹਦੇ ਲਈ ਕੁਝ ਵੀ ਕਰਨ ਲਈ ਤਿਆਰ ਹੋ ਸਕਦੇ ਹਾਂ। ਸੋ ਦ ਪੋਇਟ ਵਾਂਟਸ ਟੂ ਸੇ ਕਿ ਇੱਕ ਕਿੰਗ ਕੈਨ ਟਰਨ ਹਿਜ਼ ਸਬਜੈਕਟਸ, ਹਿਜ਼ ਪੀਪਲ ਇਨਟੂ ਵਿਲਿੰਗ slaves. The last stanza is, it is enthroned in the hearts of kings. It is an
attribute or to God himself and earthly power doth then show likest gods when mercy seasons justice। ਇਹਦੇ ਵਿੱਚ ਵੀ ਰਾਜਿਆਂ ਦੇ ਬਾਰੇ ਕਵੀ ਕਹਿੰਦਾ ਹੈ ਕਿ ਇਟ ਇਜ਼ ਥਰੋਨਡ ਇਨ ਦਾ ਹਾਰਟ ਆਫ ਕਿੰਗਸ, ਕਿ ਹਰ ਰਾਜਾ ਜੋ ਵੀ ਕਿਸੇ ਦਾ ਮੁਖੀ ਹੈ ਜਾਂ ਕਿਤੇ ਰਾਜ ਕਰਦਾ ਹੈ ਉਹਦੇ ਦਿਲ ਦੇ ਵਿੱਚ ਦਿਆਲੂਤਾ ਦਾ, ਮਰਸੀ ਦਾ ਹੋਣਾ ਜ਼ਰੂਰੀ ਹੈ। ਮਰਸੀ ਇਜ਼ ਮਸਟ। ਵਾਈ? ਬਿਕੋਜ਼ ਇਟ ਇਜ਼ ਐਨ ਐਟਰੀਬਿਊਟ ਆਫ ਗੋਡ ਹਿਮਸੈਲਫ। ਇਹ ਤਾਂ ਰੱਬ ਦੀ ਵੀ, ਰੱਬ ਦੇ ਸੁਭਾਅ ਦੀ ਵੀ ਇੱਕ ਖਾਸੀਅਤ ਹੈ ਕਿ ਰੱਬ ਦਿਆਲੂ ਹੈ। ਬੰਦਾ ਜੋ ਵੀ ਗਲਤੀਆਂ ਕਰੇ ਪਰਮਾਤਮਾ ਉਹਨਾਂ ਨੂੰ ਮੁਆਫ ਕਰਦਾ ਹੈ ਅਤੇ ਉਹਨਾਂ ਲੋਕਾਂ ਦੇ ਉੱਪਰ ਦਇਆ ਕਰਦਾ ਹੈ। ਸੋ ਐਨ ਅਰਥਲੀ ਪਾਵਰ ਡੋ ਦੈਨ ਸ਼ੋ ਲਾਈਕੈਸਟ ਗੋਡ, ਕਿ ਜੇਕਰ ਰਾਜਾ ਆਪਣੀ ਪ੍ਰਜਾ ਦੇ ਨਾਲ ਦਿਆਲੂਤਾ ਦਾ ਵਿਵਹਾਰ ਕਰਦਾ ਹੈ, ਜੇਕਰ ਉਹ ਜਸਟਿਸ ਵੀ ਕਰਦਾ ਹੈ, ਕਿਸੇ ਨੂੰ ਸਜ਼ਾ ਵੀ ਦਿੰਦਾ ਹੈ, ਜਸਟਿਸ ਮੀਨਸ ਕੋਈ ਫੈਸਲਾ ਕਰਦਾ ਹੈ ਕਿ ਇਹਨੇ ਗਲਤ ਕੀਤਾ, ਇਹਨੂੰ ਸਜ਼ਾ ਵੀ ਦੇਣੀ ਹੈ, ਤਾਂ ਉਸ ਜਸਟਿਸ ਕਰਨ ਦੇ ਵਿੱਚ ਜੇਕਰ ਉਹਦੇ ਦਿਲ ਦੇ ਵਿੱਚ ਮਰਸੀ ਹੈ ਤਾਂ ਉਸ ਦੀ ਜਿਹੜੀ ਜਗ੍ਹਾ ਹੈ ਉਹ ਰੱਬ ਦੇ ਬਰਾਬਰ ਹੋ ਜਾਂਦੀ ਹੈ, ਕਿ ਰਾਜਾ ਰੱਬ ਦੇ ਬਰਾਬਰ ਹੋ ਸਕਦਾ ਹੈ ਜੇਕਰ ਉਹ ਰੱਬ ਦੇ ਖਾਸ ਗੁਣ ਦਿਆਲੂਤਾ ਦੇ ਨਾਲ ਲੋਕਾਂ ਦੇ ਫੈਸਲੇ ਕਰਦਾ ਹੈ ਜਾਂ ਲੋਕਾਂ ਦੇ ਨਾਲ ਉਹ ਬਿਹੇਵ ਕਰਦਾ ਹੈ। ਸੋ ਦਿਸ ਇਜ਼ ਦਾ ਪੋਇਮ ਦ ਕੁਆਲਿਟੀ ਆਫ ਮਰਸੀ। ਇਹਦਾ ਮੇਨ ਇਹੀ ਹੈ ਕਿ ਇਸ ਪੋਇਮ ਦੇ ਵਿੱਚ ਮਰਸੀ ਨੂੰ ਇੱਕ ਇੰਪੋਰਟੈਂਟ, ਸਿਗਨੀਫਿਕੈਂਟ, ਦ ਕੋਰ ਐਟਰੀਬਿਊਟ ਆਫ ਹਿਊਮਨ ਨੇਚਰ ਬਣਾਉਣ ਦੇ ਲਈ ਕਿਹਾ ਗਿਆ ਹੈ ਕਿ ਇਟ ਇਜ਼ ਐਨ ਐਟਰੀਬਿਊਟ, ਇਟ ਇਜ਼ ਪਾਰਟ ਆਫ ਨੇਚਰ ਆਫ ਗੋਡ। ਔਰ ਜੇਕਰ ਆਦਮੀ ਵੀ ਮਰਸੀ ਨੂੰ ਅਪਣਾ ਲੈਂਦਾ ਹੈ ਤਾਂ ਉਹ ਰੱਬ ਦੇ ਨੇੜੇ ਹੋ ਜਾਂਦਾ ਹੈ। ਈਵਨ ਦ ਪੋਇਟ ਸੈਡ ਕਿ ਜੇਕਰ ਕਿੰਗ ਮਰਸੀ ਦੇ ਨਾਲ ਆਪਣਾ ਰਾਜ ਕਰਦਾ ਹੈ ਤਾਂ ਉਹ ਇੱਕ ਰੱਬ ਦੀ ਬਰਾਬਰ ਦੀ ਜਗ੍ਹਾ ਹਾਸਿਲ ਕਰ ਲੈਂਦਾ ਹੈ। ਔਰ ਮਰਸੀ ਦੀ ਕੁਆਲਿਟੀ ਇਹ ਕੀ ਕਹੀ ਹੈ ਕਿ ਮਰਸੀ ਇਜ਼ ਟਵਾਈਸ ਬਲੈਸਡ। ਇਟ ਬਲੈਸ ਦ ਗਿਵਰ, ਇਟ ਬਲੈਸ ਦ ਟੇਕਰ। ਸੋ ਦਿਸ ਇਜ਼ ਅ ਵੈਰੀ ਸ਼ਾਰਟ ਪੋਇਮ। ਔਰ ਇਹਦੇ ਵਿੱਚ ਕੁਐਸਚਨਸ ਦੋ ਇੰਪੋਰਟੈਂਟ ਨੇ ਦੈਟ ਆਈ ਵਿਲ ਸੈਂਡ ਯੂ, ਯੂ ਕੈਨ ਡੂ ਦੋਸ, and the summary or the center idea of this poem, it is also has to be done. Okay, thank you so much.